हाँ जी, जी कोई ग्रुप अपने को जी कोई कंडीशन सैटिस्फाई कराऊगा अपने को, ठीक है। कुछ का मतलब चार कंडीशन सैटिस्फाई कराऊगा तो ਅਸੀਂ ਉਸ ਨੂੰ ਗਰੁੱਪ ਬੋਲਦੇ ਹਾਂ। ਕੰਡੀਸ਼ਨ ਦੇ ਵਿੱਚ ਦੋ ਜ਼ਿਆਦਾਤਰ ਆਪਣੇ ਕੋਲ ਐਡੀਸ਼ਨ, ਮਲਟੀਪਲੀਕੇਸ਼ਨ, ਸਬਟ੍ਰੈਕਸ਼ਨ ਇਹ ਜਿਹੀਆਂ ਕੰਪੋਜੀਸ਼ਨਸ ਕਹਿੰਦੇ ਆ ਇਹਨਾਂ ਨੂੰ। ਆਪਾਂ ਇਹਨਾਂ ਨੂੰ ਜਰਨਲ ਕੰਪੋਜੀਸ਼ਨ ਦੇ ਅਕੋਰਡਿੰਗ ਸਟਾਰ ਵਰਡ ਯੂਜ਼ ਕਰਦੇ ਹਾਂ ਵੀ ਸਟਾਰ ਕੰਪੋਜੀਸ਼ਨ ਹੈ ਸਾਡੀ। ਸਟਾਰ ਦਾ ਮੀਨਿੰਗ ਇਹ ਹੈ ਵੀ ਐਡੀਸ਼ਨ ਹੋ ਸਕਦੀ ਹੈ, ਇਹ ਸਬਟ੍ਰੈਕਸ਼ਨ ਹੋ ਸਕਦੀ, ਕੁਝ ਵੀ ਹੋ ਸਕਦਾ, मतलब ਇਹ ਮਲਟੀਪਲੀਕੇਸ਼ਨ ਹੋ ਸਕਦੀ ਹੈ, ਡਿਵੀਜ਼ਨ ਹੋ ਸਕਦੀ ਹੈ, ਜਾਂ ਕੋਈ ਉਹ ਕੁਝ ਹੋਰ ਰਿਪਰੈਜ਼ੈਂਟ ਕਰੇ, ਸਮਥਿੰਗ ਐਡੀਸ਼ਨ ਸਮਥਿੰਗ ਡਿਵੀਜ਼ਨ। ਮੈਂ ਕਿ ਕਈ ਵਾਰ ਆਪਾਂ ਇਹ ਕਹਿ ਲੈਂਦੇ ਸਟਾਰ ਦਾ ਮਤਲਬ ਇਹ ਹੈ ਵੀ ਦੋਨਾਂ ਦਾ ਪ੍ਰੋਡਕਟ ਕੀਤਾ, 2 ਤੇ ਡਿਵਾਈਡ ਕੀਤਾ, ਦੋਨਾਂ ਨੂੰ ਐਡ ਕੀਤਾ, 1 ਸਬਟਰੈਕਟ ਕੀਤਾ, ਕੁਝ ਵੀ ਹੋ ਸਕਦਾ। मतलब ਕਹਿਣ ਦਾ ਮਤਲਬ ਦੋਨਾਂ ਨੂੰ ਐਡ ਕੀਤਾ, ਇਹਨਾਂ ਦਾ ਪ੍ਰੋਡਕਟ ਸਬਟਰੈਕਟ ਕੀਤਾ, ਕੁਝ ਵੀ ਹੋ ਸਕਦਾ। ਸਟਾਰ ਦਾ ਮੀਨਿੰਗ ਕੋਈ ਵੀ ਕੰਪੋਜੀਸ਼ਨ ਉਹ ਦੇ ਸਕਦਾ ਹੈ, ਅਸੀਂ ਉਹਨੂੰ ਸਟਾਰ ਮੰਨ ਲਿਆ, ਕੋਈ ਵੀ ਕੰਪੋਜੀਸ਼ਨ ਉਹਨੇ ਮੰਨੀ। ਪਹਿਲਾ ਰਿਜ਼ਲਟ ਹੀ ਜੀ, ਠੀਕ ਹੈ, ਸਟਾਰ ਦੇ ਅਕੋਰਡਿੰਗ ਪਹਿਲਾ ਰਿਜ਼ਲਟ ਦੇ ਕਲੋਜ਼ਰ ਪ੍ਰੋਪਰਟੀ। ਕਲੋਜ਼ਰ ਪ੍ਰੋਪਰਟੀ, ਕਲੋਜ਼ਰ ਪ੍ਰੋਪਰਟੀ ਦੇ ਵਿੱਚ ਕੀ ਹੁੰਦਾ ਹੈ, ਅਸੀਂ ਦੋ ਐਲੀਮੈਂਟ ਉਸ ਸੈੱਟ ਦੇ ਲੈਣੇ ਹੁੰਦੇ ਆ। ਜਿਹੜਾ ਵੀ ਸੈੱਟ ਹੈ, ਮੇ ਵੀ ਉਹ ਨੈਚੁਰਲ ਨੰਬਰ ਹੈ, ਮੇ ਵੀ ਉਹ ਇੰਟੀਜ਼ਰ ਹੈ, ਕੋਈ ਵੀ ਚੀਜ਼ ਹੈ, ਤਾਂ ਅਸੀਂ ਉਹਨਾਂ ਦੋਨਾਂ ਦਾ ਵਿੱਚ ਸਟਾਰ ਲੈ ਲਿਆ, A ਸਟਾਰ B, ਉਹ ਵੀ G ਨੂੰ ਬਿਲੋਂਗ ਕਰੇ, ਉਹ ਵੀ ਕਿਸ ਨੂੰ ਬਿਲੋਂਗ ਕਰੇ, G ਨੂੰ ਬਿਲੋਂਗ ਕਰੇ, ਆਪਣੇ ਕੋਲ ਉਸ ਸੈੱਟ ਨੂੰ G ਨੂੰ ਬਿਲੋਂਗ ਕਰੇ, ਤਾਂ ਆਪਾਂ ਕਹਿੰਦੇ ਆ ਵੀ ਉਹ ਕਲੋਜ਼ਰ ਪ੍ਰੋਪਰਟੀ ਸੈਟੀਸਫਾਈ ਕਰਾਉਂਦਾ। ਮੰਨ ਲਓ ਦੋ ਨੈਚੁਰਲ ਨੰਬਰ ਨੇ ਸਾਡੇ ਕੋਲ, ਹੁਣ ਸਾਨੂੰ ਪਤਾ ਨੈਚੁਰਲ ਨੰਬਰ ਦੀ ਜੇ ਐਡੀਸ਼ਨ ਸਾਡੀ ਕੰਪੋਜੀਸ਼ਨ ਹੈ, ਅਸੀਂ ਦੋ ਨੈਚੁਰਲ ਨੰਬਰ ਨੂੰ ਐਡ ਕਰ ਦਿੱਤਾ, ਉਹ ਨੈਚੁਰਲ ਨੰਬਰ ਹੀ ਬਣਦਾ ਹੈ। ਦੋ ਨੈਚੁਰਲ ਨੰਬਰ ਨੂੰ ਅਸੀਂ ਐਡ ਕਰਾਂਗੇ ਤਾਂ ਉਹ ਨੈਚੁਰਲ ਨੰਬਰ ਹੀ ਬਣੂਗਾ, ਕਰਕੇ ਉਹ ਕਲੋਜ਼ਰ ਪ੍ਰੋਪਰਟੀ ਸੈਟੀਸਫਾਈ ਹੁੰਦੀ ਹੈ ਜੀ ਆਪਣੇ ਕੋਲ। ਸੈਕਿੰਡ, ਐਸੋਸੀਏਟਿਵ ਪ੍ਰੋਪਰਟੀ। ਐਸੋਸੀਏਟਿਵ ਦੇ ਵਿੱਚ ਤਿੰਨ ਐਲੀਮੈਂਟ ਲੈਣੇ ਹੁੰਦੇ ਆ ਅਸੀਂ, A B C, ਠੀਕ ਹੈ, ਉਸ ਸੈੱਟ ਦੇ ਜਿਹੜੇ ਸੈੱਟ ਨੂੰ ਅਸੀਂ ਪ੍ਰੂਵ ਕਰ ਰਹੇ ਹਾਂ। ਤਾਂ ਉਹਦੇ 'ਚ ਜਿਹੜੀ ਕੰਪੋਜੀਸ਼ਨ ਹੁੰਦੀ ਹੈ ਉਹ ਅਸੀਂ ਐਵੇਂ ਲੈਣੇ ਵੀ ਪਹਿਲੇ ਦੋ ਤੇ ਬ੍ਰੈਕਟ ਲਗਾਤੀ, ਤੀਸਰੇ ਨੂੰ ਫੇਰ ਕੰਪੋਜੀਸ਼ਨ ਲੈ ਲਈ, ਲਾਸਟ ਦੋ ਤੇ ਬ੍ਰੈਕਟ ਲਗਾਤੀ, ਪਹਿਲੇ ਦੀ ਕੰਪੋਜੀਸ਼ਨ ਲੈ ਲਈ। ਇਸ ਤਰ੍ਹਾਂ ਇਹਨੂੰ ਐਸੋਸੀਏਟਿਵ ਬੋਲਦੇ ਆ। ਜਿਵੇਂ ਆਪਾਂ ਨੈਚੁਰਲ ਨੰਬਰ ਦੀ ਗੱਲ ਹੀ ਕਰੀਏ ਅੰਡਰ ਐਡੀਸ਼ਨ, ਐਡੀਸ਼ਨ ਮਤਲਬ ਕੰਪੋਜੀਸ਼ਨ ਦੀ ਗੱਲ, ਕੋਈ ਵੀ ਤਿੰਨ ਨੰਬਰ ਲੈ ਲਓ ਆ ਸੈਟੀਸਫਾਈ ਕਰੂਗਾ ਨੈਚੁਰਲ ਨੰਬਰ ਦੇ ਵਿੱਚ, ਇਹਨੂੰ ਬੋਲਦੇ ਐਸੋਸੀਏਟਿਵ। ਤੀਸਰਾ, ਜ਼ਿਆਦਾਤਰ ਸਬਟ੍ਰੈਕਸ਼ਨ 'ਚ ਨਹੀਂ ਸੈਟੀਸਫਾਈ ਹੁੰਦਾ ਜੀ ਇਹ, ठीक है। तीसरा होता है एग्जिस्टेंस ऑफ आइडेंटिटी, एग्जिस्टेंस ऑफ आइडेंटिटी ਇਹ ਆਪਣੇ ਕੋਲ ਕੋਈ ਵੀ ਉਸ ਸੈੱਟ ਦਾ ਐਲੀਮੈਂਟ ਲੈ ਲਈ ਆਪਣੇ ਕੋਲ, ਉਹਦੇ ਨਾਲ ਇੱਕ ਇਹੋ ਜਿਹੇ ਐਲੀਮੈਂਟ ਦੀ ਕੰਪੋਜੀਸ਼ਨ ਲੈਣੀ ਹੈ ਵੀ ਸਾਨੂੰ ਕੋਈ ਫਰਕ ਨਾ ਪਵੇ, ਉਹੀ ਐਲੀਮੈਂਟ ਸੇਮ ਵਾਪਿਸ ਸਾਨੂੰ ਮਿਲ ਜੇ, ਚਾਹੇ ਲੈਫਟ ਸਾਈਡ ਤੇ ਰਾਈਟ ਸਾਈਡ ਤੋਂ ਐਡ ਕਰੀਏ, ਚਾਹੇ ਲੈਫਟ ਸਾਈਡ ਤੋਂ ਐਡ ਕਰੀਏ, ਸਾਡੇ ਕੋਲ ਉਹੀ ਮਿਲ ਜੇ। ਜੇ ਮੈਂ ਅੰਡਰ ਐਡੀਸ਼ਨ ਦੀ ਗੱਲ ਕੀਤੀ ਸੀ, ਆਪਾਂ ਕੋਈ ਵੀ A ਨੈਚੁਰਲ ਨੰਬਰ ਲੈ ਲਿਆ, A ਦੇ ਵਿੱਚ ਮੈਂ ਕੀ ਐਡ ਕਰਾਂ ਵੀ ਵਾਪਿਸ ਮੈਨੂੰ A ਹੀ ਮਿਲ ਜੇ, ਤਾਂ ਮੈਂ 0 ਐਡ ਕਰੂੰਗਾ ਤਾਂ ਮੈਨੂੰ ਮਿਲੂਗਾ। ਜੇ ਮੈਂ ਨੈਚੁਰਲ ਨੰਬਰ ਦੇ ਸੈੱਟ ਨੂੰ ਪ੍ਰੂਵ ਕਰਦਾ ਤਾਂ ਇਹ ਗਲਤ ਹੋ ਗਈ, ਕਿਉਂਕਿ 0 ਹੈ ਜਿਹੜਾ ਉਹ ਨੈਚੁਰਲ ਨੰਬਰ ਨਹੀਂ ਹੁੰਦਾ। ਤਾਂ ਐਗਜ਼ਿਸਟੈਂਸ ਆਫ ਆਇਡੈਂਟੀਟੀ ਹੈ ਜਿਹੜੀ ਐਡੀਟਿਵ ਆਇਡੈਂਟੀਟੀ ਹੈ ਉਹ ਨੈਚੁਰਲ ਨੰਬਰ ਦੇ ਵਿੱਚ ਨਹੀਂ ਆਉਂਦੀ। ਜੇ ਇੰਟੀਜ਼ਰ ਦਾ ਸੈੱਟ ਹੈ ਫਿਰ ਸਹੀ ਆ ਜਾਂਦੇ ਆਪਣੇ ਕੋਲ ਕਿ 0, ਕਿ ਸਾਡਾ ਰੂਲ ਇਹ ਹੈ ਵੀ ਜਿਹੜੀ ਉਹ ਆਇਡੈਂਟੀਟੀ ਹੈ ਉਹ ਵੀ ਉਸ ਸੈੱਟ ਨੂੰ ਬਿਲੋਂਗ ਕਰੇ, ਉਹ ਵੀ ਉਸ ਸੈੱਟ ਨੂੰ ਕੀ ਕਰੇ, ਬਿਲੋਂਗ ਕਰੇ, ਵੀ ਉਸ ਸੈੱਟ ਦਾ ਐਲੀਮੈਂਟ ਹੋਵੇ, ਤਾਂ ਅਸੀਂ ਗੱਲ ਕਰਾਂਗੇ ਵੀ ਇਹ ਸਹੀ ਹੈ ਸਾਡੀ ਚੀਜ਼। ਚੌਥਾ ਹੈਗਾ ਐਗਜ਼ਿਸਟੈਂਸ ਆਫ ਇਨਵਰਸ। ਚੌਥਾ ਹੈਗਾ ਐਗਜ਼ਿਸਟੈਂਸ ਆਫ ਇਨਵਰਸ। ਇਨਵਰਸ ਉਹ ਨਹੀਂ ਹੁੰਦਾ ਵੀ ਬਟੇ ਵਾਲੀ ਚੀਜ਼ ਨੂੰ ਬੋਲਦਾ, ਇਨਵਰਸ ਉਹ ਹੈ ਜਦੋਂ ਅਸੀਂ ਇੱਕ ਐਲੀਮੈਂਟ ਲੈ ਲਈ ਜੀ, ਉਹਦੇ ਚ ਉਹਦੀ ਕੰਪੋਜੀਸ਼ਨ ਇੱਕ ਇਹੋ ਜਿਹੀ ਐਲੀਮੈਂਟ ਲੈਣੀ ਹੈ ਕਿ ਜਿਹੜੀ ਅਸੀਂ ਉੱਪਰ ਆਇਡੈਂਟੀਟੀ ਫਾਈਂਡ ਕੀਤੀ ਸੀ ਉਹੀ ਸਾਨੂੰ ਵਾਪਿਸ ਮਿਲ ਜੇ, ਉਹੀ ਸਾਨੂੰ ਵਾਪਿਸ ਮਿਲ ਜੇ, ਤਾਂ ਅਸੀਂ ਬੋਲਦੇ ਐਗਜ਼ਿਸਟੈਂਸ ਆਫ। ਜਿਹੜਾ ਉਹ B ਐਲੀਮੈਂਟ ਅਸੀਂ ਐਡ ਕੀਤਾ ਉਹ ਵੀ ਉਸੇ ਸੈੱਟ ਦਾ ਐਲੀਮੈਂਟ ਹੋਣਾ ਚਾਹੀਦਾ, ਉਹ ਬਾਹਰੋਂ ਨਹੀਂ ਹੋਣਾ ਚਾਹੀਦਾ ਕੋਈ। ਜਿਵੇਂ ਆਪਾਂ ਮਲਟੀਪਲੀਕੇਸ਼ਨ ਦੇ ਕੇਸ ਜਾਂ ਐਡੀਸ਼ਨ ਦੇ ਕੇਸ 'ਚ ਆਪਾਂ ਜੇ ਇੰਟੀਜ਼ਰ ਦੀ ਗੱਲ ਕੀਤੀ ਸੀ, ਇਹਦੇ ਵਿੱਚ ਜੇ ਮੈਂ A ਕੋਈ Z ਦਾ ਐਲੀਮੈਂਟ ਲੈ ਲਾ,
ਤਾਂ ਇਹਦੇ ਚ 0 ਐਡ ਕਰਾਂਗੇ ਤਾਂ ਇਹੀ ਬਣਦਾ, ਤਾਂ 0 ਵੀ ਇੰਟੀਜ਼ਰ ਐਲੀਮੈਂਟ ਹੈ ਜੀ ਆਪਣੇ ਕੋਲ। ਵੀ ਐਗਜ਼ਿਸਟੈਂਸ ਆਫ ਐਡੀਸ਼ਨ 0 ਦੇ ਵਿੱਚ ਆਇਡੈਂਟੀਟੀ ਹੈ ਜਿਹੜੀ ਐਡੀਸ਼ਨ ਦੇ ਵਿੱਚ ਸੌਰੀ ਇੰਟੀਜ਼ਰਸ ਦੇ ਵਿੱਚ ਸਹੀ ਰਹਿੰਦੀ ਹੈ। ਹੁਣ ਮੈਂ ਇਹਦੇ ਚ ਗੱਲ ਕਰਾਂ ਵੀ ਏ ਚ ਮੈਂ ਕੀ ਐਡ ਕਰਾਂ, ਮੇਰੇ ਕੋਲ 0 ਮਿਲ ਜੇ, 0 ਇਜ਼ ਦਾ ਆਇਡੈਂਟੀਟੀ। ਇਹਦੇ ਚ ਕੀ ਐਡ ਕਰਾਂ ਮੈਂ, 0 ਮਿਲ ਜੇ ਤਾਂ ਉਹ ਹੈਗੇ -a। ਜੇ a ਇੰਟੀਜ਼ਰ ਸੀ ਮੇਰਾ ਤਾਂ -a ਵੀ ਕੀ ਹੋ ਗਿਆ, ਇੰਟੀਜ਼ਰ ਹੋ ਗਿਆ, ਤਾਂ ਆਪਣੀ ਸ਼ਰਤ ਇਹ ਕੰਪਲੀਟ ਹੋ ਗਈ। ਬਸ ਆਪਣੇ ਕੋਲ ਸਹੀ ਹੈ ਵੀ ਜਿਹੜਾ ਐਲੀਮੈਂਟ ਲਿਆ ਉਹਦਾ ਐਲੀਮੈਂਟ ਹੀ ਮੈਨੂੰ ਵਾਪਿਸ ਮਿਲ ਗਿਆ, ਤਾਂ -a ਕੀ ਬਣ ਗਿਆ ਸਾਡਾ, ਇੰਟੀਜ਼ਰ ਬਣ ਗਿਆ ਜੀ ਆਪਣੇ ਕੋਲ, ਤਾਂ ਬਿਲੋਂਗਸ ਟੂ Z ਮਿਲ ਗਏ ਸਾਡੇ ਕੋਲ। ਤਾਂ ਇੱਥੇ ਮੈਂ ਇੰਟੀਜ਼ਰ ਲਈ ਇਹ ਪ੍ਰੋਪਰਟੀ ਵੀ ਸੈਟੀਸਫਾਈ ਹੋ ਗਈ। ਠੀਕ ਹੈ, ਇਹ ਸੀ ਜੇ ਚਾਰੇ ਪ੍ਰੋਪਰਟੀਜ਼ ਇਹ ਸੈਟੀਸਫਾਈ ਹੋ ਜਾਂਦੀਆਂ ਤਾਂ ਅਸੀਂ ਉਹਦਾ ਨਾਮ ਕੀ ਰੱਖ ਦਿੰਦੇ, ਗਰੁੱਪ। ਤੁਸੀਂ ਦੇਖੋ ਜੀ ਇਹਦੇ ਵਿੱਚ ਧਿਆਨ ਨਾਲ ਆਪਾਂ ਇੱਕ ਗੱਲ ਦੁਬਾਰਾ ਕਰਦੇ ਹਾਂ। ਦੇਖੋ ਨੈਚੁਰਲ ਨੰਬਰ ਨੇ ਇਹ ਕੰਡੀਸ਼ਨ ਸੈਟੀਸਫਾਈ ਕਰਾਤੀ, ਇੰਟੀਜ਼ਰ ਵੀ ਕਰਾ ਦੂਗਾ ਜੇ ਨੈਚੁਰਲ ਨੰਬਰ ਕਹੂੰਗਾ। ਐਸੋਸੀਏਟਿਵ ਪ੍ਰੋਪਰਟੀ ਵੀ ਉਹਨੇ ਸੈਟੀਸਫਾਈ ਕਰਾਤੀ ਸੀ, ਪਰ ਉਹ ਇੱਥੇ ਆ ਕੇ ਗਲਤ ਹੋ ਗਈ। ਨੈਚੁਰਲ ਨੰਬਰ ਇੱਥੇ ਉਹਨੇ ਗਲਤ ਕਰਤਾ, ਉਹਨੇ ਐਗਜ਼ਿਸਟੈਂਸ ਆਫ ਆਇਡੈਂਟੀਟੀ ਸੈਟੀਸਫਾਈ ਨਹੀਂ ਕਰਾਈ। ਕਿਉਂ? ਕਿਉਂਕਿ ਐਗਜ਼ਿਸਟੈਂਸ ਆਫ ਆਇਡੈਂਟੀਟੀ ਦੇ ਅਕੋਰਡਿੰਗ ਜਿਹੜਾ ਆਇਡੈਂਟੀਟੀ ਐਲੀਮੈਂਟ ਸੀ ਉਹ 0 ਆ ਰਿਹਾ ਹੈ। 0 ਨੈਚੁਰਲ ਨੰਬਰ ਨਹੀਂ ਹੁੰਦਾ। ਤਾਂ ਨੈਚੁਰਲ ਨੰਬਰ ਇਹ ਥਰਡ ਪ੍ਰੋਪਰਟੀ ਦੀ ਜੇ ਕਿ ਗਲਤ ਹੋ ਗਿਆ ਤਾਂ ਅਸੀਂ ਕਹਾਂਗੇ ਨੈਚੁਰਲ ਨੰਬਰ ਅੰਡਰ ਐਡੀਸ਼ਨ ਹੈ ਜੋ ਗਰੁੱਪ ਨਹੀਂ ਹੈ, ਇਜ਼ ਨੋਟ ਏ ਗਰੁੱਪ, ਤਾਂ ਉਹ ਗਰੁੱਪ ਨਹੀਂ ਹੈਗਾ ਆਪਣੇ ਕੋਲ ਨੈਚੁਰਲ ਨੰਬਰ। ਬਟ ਇੰਟੀਜ਼ਰ ਸੈਟੀਸਫਾਈ ਕਰਾ ਰਹੇ ਜੀ, ਇੱਥੇ ਕੰਡੀਸ਼ਨ ਐਗਜ਼ਿਸਟੈਂਸ ਆਫ ਆਇਡੈਂਟੀਟੀ ਵੀ ਕਰਾਤੀ, ਉੱਪਰਲੇ ਦੋ ਵੀ ਕਰਾ ਦੂਗਾ, ਤੇ ਇੱਥੇ ਇਨਵਰਸ ਵਾਲੀ ਵੀ ਕਰਾਤੀ ਉਹਨੇ। ਤਾਂ ਮਤਲਬ ਕਿ ਜਿਹੜਾ ਇੰਟੀਜ਼ਰ ਹੈ ਉਹ ਗਰੁੱਪ ਹੈਗਾ ਹੀ ਸਾਡੇ ਕੋਲ ਅੰਡਰ ਐਡੀਸ਼ਨ। ਨਾਲ ਕੰਪੋਜੀਸ਼ਨ ਬੋਲਣਾ ਜ਼ਰੂਰੀ ਹੈ ਜੀ, ਕਿਉਂਕਿ ਅੰਡਰ ਐਡੀਸ਼ਨ ਤਾਂ ਹੈਗਾ ਇੰਟੀਜ਼ਰ, ਅੰਡਰ ਮਲਟੀਪਲੀਕੇਸ਼ਨ ਨਹੀਂ ਹੈਗਾ ਆਪਣੇ ਕੋਲ ਇੰਟੀਜ਼ਰ ਗਰੁੱਪ। ਤਾਂ ਇਸ ਤਰੀਕੇ ਨਾਲ ਤੁਹਾਨੂੰ ਉਹਦੀ ਕੰਪੋਜੀਸ਼ਨ ਦਾ ਵੀ ਕਲੀਅਰ ਹੋਣਾ ਚਾਹੀਦਾ ਹੈ। ਮੈਂ ਕਿਹਾ ਸੀ ਉਸ ਚੀਜ਼ ਦਾ ਨਾਮ ਦੇਖੋ, ਇਹ ਗਰੁੱਪ ਕੀ ਅੱਗੇ ਵੈਕਟਰ ਸਪੇਸ ਵੀ ਆਊਗੀ, ਸ਼ਾਇਦ ਆਪਾਂ ਕਰ ਵੀ ਲਿਆ ਉਹ ਟੌਪਿਕ। ਇਹ ਗਰੁੱਪ ਨਾਮ ਹੈ ਇਕੱਲਾ। ਨਾਮ ਕਿਵੇਂ? ਮੈਂ ਕਿਹਾ ਆਪਾਂ ਕੁਝ ਕੰਡੀਸ਼ਨ ਨੂੰ ਸੈਟੀਸਫਾਈ ਕਰਾਉਂਦੇ ਆ ਤਾਂ ਉਹ ਨਾਮ ਆ ਜਾਂਦਾ। ਦੇਖੋ ਆਪਾਂ ਕੀ ਕਹਿੰਦੇ ਆ, ਜਿਵੇਂ ਮੰਨ ਲਓ ਆਪਾਂ BA ਜਾਂ BSc ਕਰ ਲਾਣੇ, ਠੀਕ ਹੈ, ਆਪਣਾ ਨੂੰ ਕੀ ਬੋਲਣ ਲੱਗ ਜਾਣਾ ਲੋਕ ਵੀ ਇਹ ਗ੍ਰੈਜੂਏਟ ਹੋ ਗਿਆ। ਠੀਕ ਹੈ, ਇਹ ਬੰਦਾ ਗ੍ਰੈਜੂਏਟ ਹੋ ਗਿਆ। ਉਹ ਤੋਂ ਪਹਿਲਾਂ ਆਪਾਂ ਕੀ ਸੀ, ਅੰਡਰ ਗ੍ਰੈਜੂਏਟ, ਜੋ ਤੱਕ ਅਸੀਂ ਕੰਪਲੀਟ ਨਹੀਂ ਕਰਦੇ। ਜੋ ਕੰਪਲੀਟ ਹੋ ਗਿਆ ਤਾਂ ਸਾਡੇ ਅਸੀਂ ਗ੍ਰੈਜੂਏਟ ਸਾਡਾ ਨਾਮ ਰੱਖਿਆ ਗਿਆ। ਜੋ ਗ੍ਰੈਜੂਏਸ਼ਨ ਤੋਂ PG ਕਰ ਲਈ ਆਪਾਂ, ਮਤਲਬ MSc ਜਾਂ MA ਕਰ ਲਈ ਕੋਈ, ਠੀਕ ਹੈ, ਤਾਂ ਆਪਾਂ ਨੂੰ ਕਹਿੰਦੇ ਵੀ ਇਹ ਪੋਸਟ ਗ੍ਰੈਜੂਏਟ ਹੋ ਗਿਆ ਇਸ ਤਰੀਕੇ ਨਾਲ। ਠੀਕ ਹੈ, ਤਾਂ ਇਸ ਤਰੀਕੇ ਸਾਡਾ ਨਾਮ ਬਦਲ ਜਾਂਦਾ ਜਦੋਂ ਅਸੀਂ ਕੁਝ ਕੰਡੀਸ਼ਨਸ ਨੂੰ ਸੈਟੀਸਫਾਈ ਕਰਾਈ ਜਾਂਦੇ ਹਾਂ। ਹੁਣ ਜਦੋਂ ਆਪਾਂ ਦੇਖੋ ਇਸੇ ਤਰ੍ਹਾਂ ਹੀ ਆਪਣੇ ਕੋਲ ਜੋ 4 ਕੰਡੀਸ਼ਨਸ ਦੇ ਸੈਟੀਸਫਾਈ ਹੋ ਗਈਆਂ ਤਾਂ ਇਹਦਾ ਨਾਮ ਕੀ ਰੱਖਿਆ ਗਿਆ, ਵੀ ਇਹ ਗਰੁੱਪ ਬਣ ਗਿਆ। ਇਹਦਾ ਨਾਮ ਕੀ ਰੱਖਤਾ, ਦਿਸ ਇਜ਼ ਏ ਗਰੁੱਪ। ਤਾਂ ਇਹ ਗਰੁੱਪ ਆਪਣੇ ਕੋਲ ਬਣ ਗਿਆ। ਇਹ ਗਰੁੱਪ ਦੀਆਂ ਕੁਝ ਕੰਡੀਸ਼ਨਸ ਨਹੀਂ ਸੀ ਜਿਹੜੇ ਤੁਸੀਂ ਸੈਟੀਸਫਾਈ ਕਰਦੇ ਸੀ। ਜੇ ਕੋਈ ਇਹੋ ਜਿਹਾ ਸੈੱਟ ਹੈਗਾ ਜਿਹਦਾ ਓਨਲੀ ਫਸਟ ਹੀ ਸੈਟੀਸਫਾਈ ਕਰਾਉਂਦਾ ਹੈ ਤਾਂ ਉਹਨੂੰ ਬੋਲਦੇ ਆ ਗਰੁੱਪਾਇਡ। ਉਹਨੂੰ ਕੀ ਬੋਲਦੇ ਆਪਾਂ, ਗਰੁੱਪਾਇਡ। ਜੇ ਸਿਰਫ ਇੱਕ ਹੀ ਪ੍ਰੋਪਰਟੀ ਸੈਟੀਸਫਾਈ ਕਰਾਉਂਦਾ ਤਾਂ ਉਸ ਨੂੰ ਕੀ ਕਹਿੰਦੇ, ਇੱਕ ਹੀ ਦਾ ਮਤਲਬ ਉਹ ਵੀ ਪਹਿਲੀ ਕਲੋਜ਼ਰ ਪ੍ਰੋਪਰਟੀ, ਗਰੁੱਪਾਇਡ। ਜੇ ਕੋਈ ਦੋ ਕਰਾਉਂਦਾ ਉਸ ਨੂੰ ਬੋਲਦੇ ਸੈਮੀ ਗਰੁੱਪ। ਮਤਲਬ ਜਿਵੇਂ ਨੈਚੁਰਲ ਨੰਬਰ ਨੇ ਦੋ ਕਰਾਈ ਅੰਡਰ ਐਡੀਸ਼ਨ, ਨੈਚੁਰਲ ਨੰਬਰ ਅੰਡਰ ਐਡੀਸ਼ਨ ਹੈ ਜਿਹੜਾ ਉਹ ਸੈਮੀ ਗਰੁੱਪ ਹੋ ਗਿਆ। ਫਿਰ ਇਹਦਾ ਮਤਲਬ ਨੈਚੁਰਲ ਨੰਬਰ ਅੰਡਰ ਐਡੀਸ਼ਨ ਕੀ ਬਣ ਗਿਆ, ਸੈਮੀ ਗਰੁੱਪ ਬਣ ਗਿਆ। ਜਿਹਨੇ 3 ਕਰਾਈਆਂ ਉਹਨੂੰ ਮੋਨੋਆਇਡ, ਉਹਦਾ ਨਾਮ ਕੀ ਰੱਖਿਆ ਹੋਇਆ, ਮੋਨੋਆਇਡ। ਐਗਜ਼ਿਸਟੈਂਸ ਆਫ ਆਇਡੈਂਟੀਟੀ B ਕਰਾਤੀ ਤਾਂ ਉਹਨੂੰ ਮੋਨੋਆਇਡ ਕਹਿੰਦੇ ਆ। ਚੌਥਾ, ਜਿਹਨੇ 4 ਕਰਾਤੀ ਉਹਨੂੰ ਗਰੁੱਪ ਕਹਿੰਦੇ ਆ ਜੀ ਆਪਣੇ ਕੋਲ। ਹੁਣ ਮੈਂ ਤੁਹਾਨੂੰ ਆਖਿਆ ਸੀ ਵੀ ਇਹ ਬੋਲਣਾ ਜ਼ਰੂਰੀ ਹੈ ਵੀ Z ਹੈ ਜਿਹੜਾ ਉਹ ਗਰੁੱਪ ਹੈ ਅੰਡਰ ਐਡੀਸ਼ਨ, ਇਹ ਜ਼ਰੂਰੀ ਹੈ ਨਾਲ ਬੋਲਣਾ ਅੰਡਰ ਐਡੀਸ਼ਨ। ਕਿਉਂ ਬੋਲਣਾ ਜ਼ਰੂਰੀ ਹੈ ਉਹ ਮੈਂ ਤੁਹਾਨੂੰ ਦਿਖਾਉਣਾ ਦੁਬਾਰਾ। ਜੇ ਹੁਣ ਆਪਾਂ ਐਡੀਸ਼ਨ ਦੀ ਬਜਾਏ ਮੈਂ ਇੱਥੇ ਮਲਟੀਪਲੀਕੇਸ਼ਨ ਲੈ ਲਾ, ਜੇ ਕਿਸੇ ਨੇ ਸਕਰੀਨਸ਼ਾਟ ਲੈਣਾ ਲੈ ਲਓ, ਮੈਂ ਇਹਦੇ ਵਿੱਚ ਹੀ ਪ੍ਰੂਵ ਕਰਕੇ ਦਿਖਾ ਰਿਹਾ ਦੂਜੀ ਚੀਜ਼। ਮੈਂ ਮਟੇਦਾ ਨਾ ਮਲਟੀਪਲੀਕੇਸ਼ਨ ਵਾਲਾ, ਹਾਂਜੀ, ਜੇ ਕਿਸੇ ਨੇ ਸਕਰੀਨਸ਼ਾਟ ਲੈਣਾ ਤਾਂ ਲੈ ਲਓ ਜੀ ਇਸ ਚੀਜ਼ ਦਾ।
हाँ जी, हुण देखो जे मल्टीप्लीकेशन है जी, हुण देखो दो इंटीजर दी, दो इंटीजर ने, उन्होंने दी मैं मल्टीप्लाई करा तो वह भी इंटीजर बननगे, तो पहली प्रॉपर्टी सैटिस्फाई हो गई क्लोजर। ऐ तीन इंटीजर्स लै लिया सी, ठीक है, उन्होंने जे मैं प्रोडक्ट करा ए बी इंटू सी, ए इंटू बी सी, तो वह भी सैटिस्फाई होगी, कोई प्रॉब्लम नहीं है। तीसरी कंडीशन ए दे विच मैं की मल्टीप्लाई करा भी ए ही वापिस आए तो ई की आ गया 1, दिस इज आल्सो इंटीजर। तीसरी प्रॉपर्टी भी सैटिस्फाई होगी अंडर मल्टीप्लीकेशन। इनवर्स ਨੂੰ मैं किस दे नाल मल्टीप्लाई करा, मेरे को आइडेंटिटी वापस आ जाए, आइडेंटिटी की होंदी है मल्टीप्लीकेशन च 1, तो बी दी वैल्यू 1/a होगी, तो 1/a आ इंटीजर नहीं होगा, क्योंकि फ्रैक्शन दे जी टर्म आती है ये रैशनल नंबर होंदी है, इंटीजर नहीं होगी। तो मतलब ये प्रॉपर्टी साडी गलत होगी, तो ये मोनोआइड हो गया जी, अपने को तीन प्रॉपर्टी सैटिस्फाई करने वाला अंडर मल्टीप्लीकेशन हो गई अपने को। समझी गल, देखो एडिशन का इंटीजर है जो ग्रुप सी, मल्टीप्लीकेशन च मोनोआइड ही रह गया, चौथी प्रॉपर्टी उन्हें सैटिस्फाई नहीं कराई। तो यह जरूरी है जिदी भी सैट की तुसीं गल करोगे तो वही नाल कंपोजिशन भी पता होनी चाहिए भी अंडर एडिशन ग्रुप है या अंडर मल्टीप्लीकेशन ग्रुप है या किसी होर दे कंपोजिशन से है। मेरा ख्याल ये गल तुहानूं चंगी तरह मेरा ख्याल समझ आ गई होनी। जे किसी ने डाउट लगता है तो क्लीयर कर लो, फिर असीं एक स्टैप होर अगे बढ़ते हैं। हाँ जी, हुण असीं पिछे क्या भी 4 प्रॉपर्टी नूं सैटिस्फाई कराउण वाला की बन गया, ग्रुप बन गया। हुण एक होर वधा दी, नाम बदलांगे फिर असीं। देखो जो भी कोई काम है बंदा एक्सट्रा डिग्री लै लैंदा है जां एक्सट्रा काम करदा हुंदा तो उसदा नाम बदल जाता है। कमोटेटिव प्रॉपर्टी ਇਹਦੇ ਚ ਤਾਂ दो एलीमेंट ਲੈਣੇ ਉਸੇ ग्रुप उसे सैट दे, फिर उन्हां च कंपोजिशन लगाउणी है। उल्ट पुलट बोलदा हुंदा मैं समझाउण दे लई, उल्ट पुलट का मतलब ए स्टार बी इक्वल टू बी स्टार ए। जे सैटिस्फाई हो जाती है तो असीं कहने भी कमोटेटिव प्रॉपर्टी सैटिस्फाई होगी। ज़्यादातर ये मैट्रिक्स च नहीं हुंदी, मल्टीप्लीकेशन च, क्रॉस प्रोडक्ट च नहीं हुंदी, वैक्टर च मतलब वैक्टर च नहीं हुंदी, क्रॉस प्रोडक्ट च, ठीक है। एक परमोटेशन ग्रुप्स हुंदे उन्हां च नहीं हुंदी, वो मैं तुहानूं दस्सूंगा बाद च परमोटेशन ग्रुप्स किहड़े हुंदे आ। तो ये अपने को कमोटेटिव प्रॉपर्टी जे सैटिस्फाई करांदा है, मतलब 5 हो गई हुण जे सैटिस्फाई करांदा है तो उसनूं जां तां कमोटेटिव ग्रुप बोलते हैं कई बुक्स, कमोटेटिव ग्रुप, या कई बोलते अवीलियन ग्रुप, कई बोलते अवीलियन ग्रुप। अवीलियन का मतलब होंदा भी जिहड़ियां पंजे दे पंजे प्रॉपर्टी सैटिस्फाई हो गई। एक वर्ड तुसीं सुनोगे नॉन अवीलियन ग्रुप। देखो नॉन अवीलियन ग्रुप का मतलब भी वो ग्रुप तो हैगा, आ चीज़ तो वो हैगी है, बस वो 5 ही प्रॉपर्टी नहीं सैटिस्फाई कराउंदा, कमोटेटिव प्रॉपर्टी नहीं सैटिस्फाई कराउंदा, तो उसनूं की बोलते हैं नॉन अवीलियन ग्रुप बोलते हैं। ठीक है, किते ये समझ लो भी वो ग्रुप ही नहीं हैगा, नहीं जी, बाकी वो ग्रुप तो हैगा बट वो कमोटेटिव प्रॉपर्टी सैटिस्फाई नहीं कराउंदा, तो उसनूं बोलते हैं नॉन अवीलियन ग्रुप जी। ਇਹਦਾ नाम बदल गया, देखो एक प्रॉपर्टी होर सैटिस्फाई कराउण दे नाल ਉਹਦਾ नाम बदल गया, नवा नाम रखा गया जी। समझ आ गई। फाइनाइट ते इनफिनाइट का तुहानूं फर्क पता ही है। फाइनाइट ग्रुप जिस फाइनाइट नंबर ऑफ एलीमेंट्स होण, जिवें अपने एक बहुत फेमस सैट है 1 ओमेगा एंड ओमेगा स्क्वायर अंडर मल्टीप्लीकेशन, ये ग्रुप हुंदा जी। 3 एलीमेंट ही ने, क्योंकि एक कंडीशन होंदी है सानूं पता हो, दीज आर द क्यूब रूट्स ऑफ यूनिटी, ठीक है, दीज आर द क्यूब रूट्स ऑफ यूनिटी। तो तिन्हां दा सम करते हैं 0 हुंदा है, जे ओमेगा क्यूब करते हैं 1 के बराबर होंदा है। दीज आर द क्यूब रूट्स ऑफ यूनिटी, इहनूं क्यूब रूट्स ऑफ यूनिटी बोलदा। 3 एलीमेंट सैट ग्रुप हुंदा अंडर मल्टीप्लीकेशन च, इहनूं फाइनाइट ग्रुप कहने आपां, क्योंकि फाइनाइट नंबर ऑफ एलीमेंट है, जिवें इंटीजर सी
दिस इज द इनफिनाइट ग्रुप। ये की है इनफिनाइट ग्रुप है साडे कोल अंडर एडिशन अपने कोल फाइनाइट ग्रुप इनफिनाइट ग्रुप है। तो ये फाइनाइट एंड इनफिनाइट ऑर्डर ऑफ ए ग्रुप। इतने दो वर्ड सुनोगे, एक ऑर्डर ऑफ ए ग्रुप, एक ऑर्डर ऑफ ए एलीमेंट। एलीमेंट आप गल बाद च करांगे। ऑर्डर ऑफ ग्रुप इत्थे हुंदा है नंबर ऑफ एलीमेंट इन ए ग्रुप, वो जी नाल डिनोट करते हैं नंबर ऑफ एलीमेंट्स इन ए ग्रुप, इनू बोलते हैं ऑर्डर ऑफ ए ग्रुप। जिन्ने उच एलीमेंट है गिनती दे उसनूं असीं ऑर्डर ऑफ ए ग्रुप बोलते हैं, या इस तरीके दे नाल असीं ਆਪਾਂ ਜੀ ਦੇ ਉੱਤੇ ਮੋਡਲਸ ਵਰਡ ਵੀ ਪਾਉਂਦੇ ਆ ਕਈ ਬੁੱਕਸ, ਤਾਂ ਇਹਨੂੰ ਆਰਡਰ ਆਫ ਏ ਗਰੁੱਪ ਬੋਲ ਦਿੰਦੇ। ਮੇਰੇ ਖਿਆਲ ਇਹ ਗੱਲਾਂ ਸਾਰੀਆਂ ਕਲੀਅਰ ਹੋ ਗਈਆਂ। ਕੁਝ ਇੱਕ ਦੋ ਪ੍ਰੋਪਰਟੀਜ਼ ਨੇ ਵੈਸੇ ਸੁਣ ਨਾਮ ਰੱਖੇ ਹੋਏ ਨੇ। ਦੇਖੋ ਗਰੁੱਪ ਦੀ ਆਇਡੈਂਟੀਟੀ ਆਲਵੇਜ਼ ਯੂਨੀਕ ਹੋਊਗੀ, ਇੱਕ ਤੋਂ ਵੱਧ ਆਇਡੈਂਟੀਟੀ ਨਹੀਂ ਹੁੰਦੀ ਕਿਸੇ ਗਰੁੱਪ 'ਚ। ਇਨਵਰਸ ਵੀ ਇੱਕ ਐਲੀਮੈਂਟ ਤੋਂ ਵੱਧ ਇਨਵਰਸ ਨਹੀਂ ਹੁੰਦਾ ਜੀ, ਉਹ ਵੀ ਯੂਨੀਕ ਹੁੰਦਾ ਜੀ। ग्रुप के इनवर्स भी यूनीक होंगे। मैं कि जे आप ए का इनवर्स फाइंड करिए तो बी आ गया, तो बी ही आऊगा, है नहीं है सी डी ई एफ आ जाऊगा, होर भी कोई इनवर्स आ जाऊगा अपने को। तो आइडेंटिटी भी उस ग्रुप च यूनीक होंगी। एक बोलते लैफ्ट कैंसलेशन ला, राइट कैंसलेशन ला, बस नाम रखा हुआ है जी, सूँ पता है की चीज़ होंगी है। ये लैफ्ट कैंसलेशन ला मीनस लैफ्ट साइड तो कैंसल कर देंगे बी इक्वल टू सी, राइट साइड तो कैंसल कर देंगे जी अपने को, ठीक है। तो उन्होंने राइट कैंसलेशन ला के अपने को, बस होर कोई बाला वो नहीं है, बाली बड़ी चीज नहीं हैगी भी लैफ्ट कैंसलेशन ला राइट कैंसलेशन ला की होंगे जी अपने को। जे स्टूडेंट को कोई डाउट लगता है जी, थोड़ा थ्रैटिकल पोर्शन ज्यादा है जी ये, ठीक है, तो मैं तो क्लीयर कर लो। इनवर्स का एलीमेंट का इनवर्स इनवर्स होंगे, वो भी सूँ पता है भी जे एक एलीमेंट का इनवर्स लै लीए तो वो वापिस ए ही होंगे। तो हाँ जिमें आप मैट्रिक्स करते हैं, ये जी कॉम्पोजिशन होंगी है ए बी इनवर्स, तो बी इनवर्स ए इनवर्स होंगी है जी। रिवर्सल ला कहते हैं, रिवर्स हो जाता जी ऑर्डर, यदा उल्टा हो जाता जी ऑर्डर, रिवर्सल ला बोल दें अस। ज़्यादा याद करने की वैसे लोड़ नहीं होंगी। लैफ्ट आइडेंटिटी एंड राइट आइडेंटिटी ऑफ ए सेम है कि चाहे लैफ्ट साइड तो मल्टीप्लाई करो चाहे राइट साइड तो मल्टीप्लाई, ग्रुप च कोई फर्क नहीं है। इनवर्स भी ये कोई फर्क नहीं है। मैं हम तुहानूं दस्सिया सी ऑर्डर ऑफ एन एलीमेंट भी हुंदा एक अपने कोल, ओहदे बारे गल करदे हो, थोड़ा डिफरेंट चीज़ हुंदी है। जे उरों तक किसी नूं डाउट है तो दस दो, जे स्क्रीनशॉट लेना लै लो। पढ़िया जरूर जी इन्हां चीज़ों नूं, फिर ही समझ आऊ। जे अज नहीं पढ़ोगे फिर समझ नहीं आना जी तुहानूं ये चीज़ां, क्योंकि ये है थोड़े थ्रैटिकल होने करके याद बहुत रखनियां पैंदियां ये, ठीक है। ऑर्डर ऑफ एन एलीमेंट जी बहुत जल्दी समझ आ जाऊगे। देखो हाँ जी, ग्रुप के ऑर्डर ऑफ एन एलीमेंट, हर एलीमेंट का कोई ना कोई ऑर्डर होंदा है, पहली शर्त तो यही है। दूसरी गल ये होंदी है भी मैं ए दी पावर, ए कोई उस ग्रुप का एलीमेंट है, मैं ए दी पावर करी गया, पावर करते करते ए है जो आइडेंटिटी बन गया, जो सामने आइडेंटिटी अपना एलीमेंट लभदे हैं वो बन गया। पर नाल शर्त यह है भी वो किसी होर एलीमेंट होर पावर ते आइडेंटिटी ना बने, उस तो घट पावर तो, मतलब जे आप कहता भी एम लैस दैन एन है तो ए दी पावर एम ते आइडेंटिटी नहीं बनना चाहिए। मतलब ये अपने को जिथे वो आइडेंटिटी बनूगा, पहली बार आइडेंटिटी बनूगा तो वह अपने को की होगा, ਉਹਦਾ ऑर्डर कहाऊगा। दिस इज द कॉल्ड ऑफ ऑर्डर ऑफ एन एलीमेंट दैट इज द एन। तो एन वो तो उपर वाले तो बन सकता, पर वो तो नीचे वाले तो किते नहीं बन सकता। जिमें हुण आपां कहा सी 1 ओमेगा ओमेगा स्क्वायर सी, साडे कोल मैं एक एग्जांपल लिखी सी तुहाडे सामने, ਇਹਦਾ आइडेंटिटी एलीमेंट है 1। हुण देखो पहला तो मैं ओमेगा एलीमेंट चक लीए इस सैट का, ठीक है, जी सैट का ओमेगा, ਇਹਦਾ मैं ऑर्डर चेक करना किन्ना है। मैंने एक ओमेगा ਇਹਦੇ ਨਾਲ मल्टीप्लाई कर लिया ओमेगा स्क्वायर, ये तो आइडेंटिटी बनया नहीं जी 1 के बराबर। एक होर मल्टीप्लाई कर लिया क्यूब हो गए, ये बन गया मैं ओमेगा। तो ऑर्डर ऑफ ओमेगा किन्ना बन गया मेरे को 3 बन गया भी 3 पावर ते
ਆਇਡੈਂਟੀਟੀ ਬਣ ਗਿਆ। ਉੱਪਰ ਵਾਲੀਆਂ ਪਾਵਰ ਤੇ ਤਾਂ ਬਣ ਸਕਦਾ ਜੀ, ਹੁਣ 6 ਤੇ ਵੀ ਹੋਊਗਾ ਹੀ ਐਵੇਂ, ਤਾਂ ਦੇਖੋ ਓਮੇਗਾ ਰੇਸਟ ਪਰ 6 ਵੀ 1 ਹੋਊਗਾ, ਓਮੇਗਾ ਰੇਸਟ ਪਰ 9 ਵੀ 1 ਹੋਊਗਾ ਆਪਣੇ ਕੋਲ। ਉੱਪਰ ਵਾਲੀਆਂ ਪਾਵਰ ਤੇ ਤਾਂ ਹੋਊਗਾ 1, ਪਰ ਲੀਸਟ ਪਾਵਰ ਕਿੰਨੀ ਹੈ, ਜਿੱਥੇ 1 ਹੈ 3 ਹੈ ਤਾਂ ਉਹ ਆਰਡਰ ਕਹਾਊਗਾ, ਲੀਸਟ ਪਾਵਰ ਵਾਲਾ ਆਰਡਰ ਕਹਾਊਗਾ। ਜੇ ਤੁਸੀਂ ਹੁਣ ਓਮੇਗਾ ਸਕੁਆਇਰ ਚੈੱਕ ਕਰਨਾ, ਆਰਡਰ ਆਫ ਓਮੇਗਾ ਸਕੁਆਇਰ, ਪਹਿਲੇ ਤਾਂ ਇਹਦਾ ਸਕੁਆਇਰ ਕਰ ਲਿਆ, ਇਹ 1 ਬਣਿਆ ਨਹੀਂ ਜੀ, ਫਿਰ ਅਸੀਂ ਇਹਦਾ ਕਿਊਬ ਕਰ ਲਿਆ, ਇਹ 1 ਬਣ ਗਿਆ ਜੀ ਆਪਣੇ ਕੋਲ, ਕਿਉਂਕਿ ਓਮੇਗਾ ਕਿਊਬ 1 ਹੁੰਦਾ 1, ਤਾਂ ਆਰਡਰ ਆਫ ਓਮੇਗਾ ਸਕੁਆਇਰ ਵੀ ਕੀ ਬਣ ਗਿਆ ਸਾਡੇ ਕੋਲ, ਕੁਦਰਤੀ 3 ਬਣ ਗਿਆ ਜੀ। ਇਸ ਤਰੀਕੇ ਇਹ ਆਰਡਰ ਕਹਾਉਂਦਾ ਜੀ। ਇਹ ਤਾਂ ਉੱਪਰ ਪਾਵਰ ਤੇ ਬਣੀ ਜਾਂਦਾ ਕਿਉਂਕਿ ਉਹਦਾ ਮਲਟੀਪਲ ਚ ਬਣੂਗਾ। ਦੇਖੋ 3 ਜਿਹੜਾ ਆਰਡਰ ਹੈ 6 ਤੇ 1 ਬਣੂਗਾ, 9 ਤੇ 1 ਬਣੂਗਾ, 12, ਉਹ ਇਹਦੇ ਮਲਟੀਪਲਸ ਕਹਾਉਣਗੇ। ਬਟ ਜਿਸ ਲੀਸਟ ਪਾਵਰ ਤੇ ਉਹ ਆਇਡੈਂਟੀਟੀ ਬਣ ਰਿਹਾ, ਦੈਟ ਇਜ਼ ਦਾ ਆਰਡਰ ਆਫ ਦੈਟ ਐਲੀਮੈਂਟ, ਉਸ ਐਲੀਮੈਂਟ ਦਾ ਆਰਡਰ ਹੋਊਗਾ ਜੀ ਆਪਣੇ ਕੋਲੇ। ਬਸ ਆਹ ਚੀਜ਼ ਦਾ ਦਿਮਾਗ 'ਚ ਰੱਖਣਾ। ਇਹ ਜਿਹੜਾ ਮੈਂ ਲਿਖ ਰਿਹਾ ਅੰਡਰ ਮਲਟੀਪਲੀਕੇਸ਼ਨ ਹੈ ਜੀ, ਏ ਨੂੰ ਏ ਨਾਲ ਮਲਟੀਪਲਾਈ ਕਰਨਾ, ਐਵੇਂ ਅੰਡਰ ਮਲਟੀਪਲੀਕੇਸ਼ਨ ਹੈ। ਜੇ ਅੰਡਰ ਐਡੀਸ਼ਨ ਹੈ ਤਾਂ ਥੋੜੀ ਡੈਫੀਨੇਸ਼ਨ, ਕਿਉਂਕਿ ਉਹ 'ਚ ਐਡ ਕਰਦੇ ਹਾਂ ਆਪਾਂ, ਏ ਨੂੰ ਏ ਦੇ ਵਿੱਚ ਐ ਐਡ ਕਰੀ ਜਾਂਦੇ ਹਾਂ, ਜੋ ਤੱਕ ਉਹ ਆਇਡੈਂਟੀਟੀ ਨਹੀਂ ਬਣਦਾ ਉਹਨੂੰ ਐਨ ਏ ਬੋਲਦੇ ਆ। ਤਾਂ ਜਦੋਂ ਐਨ ਏ ਆਇਡੈਂਟੀਟੀ ਬਣ ਗਿਆ, ਦੈਟ ਇਜ਼ ਦਾ ਅੰਡਰ ਐਡੀਸ਼ਨ, ਆਪਣੇ ਕੋਲ ਕੀ ਹੋਗੀ ਆਇਡੈਂਟੀਟੀ ਬਣ ਕੇ, ਐਨ ਇਜ਼ ਦਾ ਆਰਡਰ ਆਫ ਦੈਟ ਐਲੀਮੈਂਟ ਅੰਡਰ ਐਡੀਸ਼ਨ। ਇਹ ਅੰਡਰ ਐਡੀਸ਼ਨ ਹੈ ਜੀ ਆਪਣੇ ਕੋਲ, ਇਹਦੀ ਘੱਟ ਲੋੜ ਪੈਂਦੀ ਹੈ, ਤਾਂ ਕਿ ਅਸੀਂ ਕਈ ਸਟੂਡੈਂਟ ਦੱਸਦੇ ਵੀ ਨਹੀਂ ਹੈਗੇ ਇਸ ਬਾਰੇ, ਜ਼ਿਆਦਾਤਰ ਅਸੀਂ ਮਲਟੀਪਲੀਕੇਸ਼ਨ ਯੂਜ਼ ਕਰਦੇ ਹਾਂ। ਹੁਣ ਤੁਹਾਡੇ 'ਚ ਕੋਈ ਕੁਐਸਚਨ ਇਹ ਸੋਚਿਆ ਜਾਂਦਾ ਹੋਊਗਾ, ਜੇ ਨਾ ਬਣੇ ਆਇਡੈਂਟੀਟੀਆਂ ਹੀ ਚੱਲੀ ਜਾਵੇ ਤਾਂ ਉਸ ਦਾ ਆਰਡਰ ਕੀ ਹੋਊਗਾ, ਉਸ ਐਲੀਮੈਂਟ ਦਾ ਆਰਡਰ ਇਨਫਾਈਨਾਈਟ ਹੋਊਗਾ ਜੀ। ਉਸ ਐਲੀਮੈਂਟ ਦਾ ਆਰਡਰ ਕੀ ਕਹਾਊਗਾ ਫਿਰ, ਇਨਫਾਈਨਾਈਟ ਹੋਊਗਾ। ਜੇ ਆਪਣੇ ਕੋਲ ਦਿਸ ਵਨ, ਉਹ ਵੀ ਇਨਫਾਈਨਾਈਟ ਗਰੁੱਪ 'ਚ ਹੀ ਹੋਊਗਾ ਜੀ, ਉਹ ਨਹੀਂ ਹੈਗਾ। ਦੇਖੋ ਇੱਥੇ ਨੋਟ ਲਿਖੇ ਹੋਇਆ, ਪੜ੍ਹ ਕੇ ਦੇਖੋ, ਇਨ ਏ ਗਰੁੱਪ ਆਰਡਰ ਆਫ ਆਇਡੈਂਟੀਟੀ ਐਲੀਮੈਂਟ ਦਾ ਆਰਡਰ ਆਲਵੇਜ਼ 1 ਹੋਊਗਾ, ਕਿਉਂਕਿ ਉਹ ਆਪ ਹੀ ਆਇਡੈਂਟੀਟੀ ਹੈ। ਦੂਜਾ ਨੋਟ ਪੜੋ, ਇਨ ਏ ਫਾਈਨਾਈਟ ਗਰੁੱਪ ਦਾ ਆਰਡਰ ਆਫ ਐਲੀਮੈਂਟ ਐਗਜ਼ਿਸਟ, ਜਿਹੜਾ ਫਾਈਨਾਈਟ ਗਰੁੱਪ ਹੋਊਗਾ ਉਹਦਾ ਆਰਡਰ ਜ਼ਰੂਰ ਐਗਜ਼ਿਸਟ ਹੋਊਗਾ, 1 2 100 ਹੋਵੇ 200, ਪਰ ਇਨਫਾਈਨਾਈਟ ਗਰੁੱਪ ਦਾ ਜ਼ਰੂਰੀ ਨਹੀਂ ਹੈਗਾ ਆਰਡਰ ਐਗਜ਼ਿਸਟ ਕਰੇ, ਉਹਦਾ ਆਰਡਰ ਇਨਫਾਈਨਾਈਟ ਹੋ ਸਕਦਾ ਹੈ ਕਿਸੇ ਐਲੀਮੈਂਟ ਦਾ। ਇਹ ਹੈ ਜੀ ਸਾਡੇ ਕੋਲ ਕੁਝ ਰਿਜ਼ਲਟਸ ਆਰਡਰ ਦੇ ਨਾਲ ਰਿਲੇਟਡ। ਜੇ ਕੋਈ ਡਾਊਟ ਲੱਗਦਾ ਤਾਂ ਕਲੀਅਰ ਕਰ ਲਓ। ਹੁਣ ਆਪਾਂ ਥਿਓਰਮ ਦੀਆਂ ਸਟੇਟਮੈਂਟਸ ਪੜ੍ਹਦੇ ਹਾਂ, 2-3 ਥਿਓਰਮ ਦੇ, ਸੌਖੇ ਹੀ ਨਹੀਂ, ਬੜਾ ਔਖਾ ਕੰਮ ਨਹੀਂ ਹੈ, ਪਰ ਯਾਦ ਰੱਖਣੀਆਂ ਪੈਣੀਆਂ ਤੁਹਾਨੂੰ। ਹਾਂਜੀ, A ਬਿਲੋਂਗਸ ਟੂ G, ਪਹਿਲਾ ਰਿਜ਼ਲਟ, A ਗਰੁੱਪ ਦਾ ਐਲੀਮੈਂਟ ਹੈ ਜੀ। ਆਰਡਰ ਆਫ A ਵੀ ਦੇਤਾ ਸਾਨੂੰ, ਉਹ M ਦੇ ਬਰਾਬਰ ਹੈ। ਮੰਨ ਲਓ ਕਿਸੇ ਦੇ ਆਰਡਰ ਆਫ A ਕੀ ਹੈ, M ਦੇ ਬਰਾਬਰ ਹੈ, ਤਾਂ ਅਸੀਂ ਆਰਡਰ ਕਿਸੇ A ਦੀ ਪਾਵਰ ਦਾ ਆਰਡਰ ਫਾਈਂਡ ਕਰਨਾ ਹੈ। ਮੰਨ ਲਓ ਤੁਹਾਡੇ ਕੋਲ ਆਰਡਰ ਆਫ A 2 ਹੈ ਫੋਰ ਐਗਜ਼ਾਮਪਲ, ਤੁਸੀਂ ਆਰਡਰ ਆਫ A ਦੀ ਪਾਵਰ 100 ਦਾ ਫਾਈਂਡ ਕਰਨਾ ਹੈ, ਤਾਂ ਉਹਦਾ ਫਾਰਮੂਲਾ ਹੈਗਾ ਜੀ, ਉਹਦਾ ਆਰਡਰ ਫਾਈਂਡ M ਤੇ K ਦਾ GCD, ਨੀਚੇ GCD ਹੈ ਸਾਡੇ ਕੋਲ, M ਤੇ K ਦਾ GCD, K ਆਲਵੇਜ਼ ਨੈਚੁਰਲ ਨੰਬਰ ਲੈਣਾ, ਇਹ ਗੱਲ ਦਾ ਧਿਆਨ ਰੱਖਣਾ। ਪਾਵਰ ਹੈ ਜਿਹੜੀ ਉਹਦੀ ਨੈਚੁਰਲ ਨੰਬਰ ਲੈਣੀ ਜੀ ਆਪਣੇ ਕੋਲ। 10 ਮਿੰਟ ਰਹਿ ਗਏ ਸਾਡੇ ਕੋਲ, ਠੀਕ ਹੈ। ਪਾਵਰ ਹੈ ਜਿਹੜੀ ਆਪਣੇ ਕੋਲ ਉਹ ਨੈਚੁਰਲ ਨੰਬਰ ਹੀ ਲੈਣੀ ਆ ਆਪਣੇ ਕੋਲ। ਆਰਡਰ ਆਫ A ਰੇਜ਼ਡ ਪਰ K ਹੈ ਜਿਹੜਾ, ਉਹ ਐਵੇਂ ਫਾਈਂਡ ਕਰਨਾ, ਬਾਕੀ A ਦੀ ਸਮ ਪਾਵਰ ਦਾ ਜੇ ਤੁਸੀਂ ਆਰਡਰ ਫਾਈਂਡ ਕਰਨਾ ਤਾਂ ਇਸ ਮੈਥਡ ਦੇ ਨਾਲ ਫਾਈਂਡ ਹੋਊਗਾ, ਇਸ ਫਾਰਮੂਲੇ ਦੇ ਨਾਲ ਫਾਈਂਡ ਹੋ ਗਈ, ਉਹਦੀ GCD ਦੇ ਨਾਲ ਡਿਵਾਈਡ ਕਰਕੇ। ਕਲੀਅਰ। ਸੈਕਿੰਡ, ਹਾਂ ਇੱਕ ਹੋਰ ਸਭ ਤੋਂ ਵਧੀਆ ਰਿਜ਼ਲਟ ਜੀ, A ਦਾ ਆਰਡਰ ਹੋਵੇ ਚਾਹੇ ਉਹਦੇ ਇਨਵਰਸ ਦਾ ਆਰਡਰ ਹੋਵੇ, ਉਹ ਸੇਮ ਹੁੰਦਾ ਜੀ, ਉਹ 'ਚ ਕੋਈ ਪ੍ਰੋਬਲਮ ਨਹੀਂ ਹੈਗੀ। ਆਰਡਰ ਆਫ A ਐਂਡ ਆਰਡਰ ਆਫ ਇਨਵਰਸ ਉਹ ਸੇਮ ਹੁੰਦਾ ਹੈ। ਤੇ ਤੀਸਰਾ ਰਿਜ਼ਲਟ ਸਭ ਤੋਂ ਇੰਪੋਰਟੈਂਟ ਹੈ ਜੀ, ਆਰਡਰ ਆਫ A ਵੀ ਆਲਵੇਜ਼ ਇਕੁਅਲ ਟੂ ਆਰਡਰ ਆਫ BA। ਆਰਡਰ ਆਫ A ਵੀ ਤੇ ਆਰਡਰ ਆਫ BA ਹੈ ਜਿਹੜਾ, ਉਹ ਸੇਮ ਹੋਊਗਾ ਜੀ ਆਪਣੇ ਕੋਲ, ਬਰਾਬਰ ਹੋਊਗਾ, 'ਚ ਕੋਈ ਰੋਲਾ ਨਹੀਂ ਹੈਗਾ। ਰੋਲਾ ਪਊਗਾ ਇੱਕ ਜਗ੍ਹਾ, ਉਹ ਅਗਲੇ ਪੇਜ ਤੇ ਦੱਸਦਾ ਕਿੱਥੇ ਪਊਗਾ, ਜੇ ਸਕਰੀਨਸ਼ਾਟ ਲੈਣਾ ਪਹਿਲਾਂ ਲੈ ਲਓ ਜੀ। ਰੋਲਾ ਕਿੱਥੇ ਪਊਗਾ, ਜੇ A ਤੇ B ਆਪਣੇ ਕੋਲ ਫਾਈਨਾਈਟ ਆਰਡਰ ਹੈ ਜੀ ਆਪਣੇ ਕੋਲ,
ਆਰਡਰ ਆਫ ਏ ਵੀ ਜ਼ਰੂਰੀ ਨਹੀਂ ਹੈਗਾ ਉਹਨਾਂ ਦਾ ਪ੍ਰੋਡਕਟ ਹੈ ਜਿਹੜਾ ਉਹ ਵੀ ਫਾਈਨਾਈਟ ਹੋਵੇ, ਇਹ ਜ਼ਰੂਰੀ ਨਹੀਂ ਹੈਗਾ ਜੀ ਆਪਣੇ ਕੋਲ। ਦੋਨੇ ਹੀ ਪ੍ਰੋਡਕਟ ਦਾ ਆਰਡਰ ਫਾਈਨਾਈਟ ਹੋਵੇ ਜ਼ਰੂਰੀ ਨਹੀਂ ਹੈਗਾ। ਹਾਂ, ਇਫ ਇਟ ਇਜ਼ ਫਾਈਨਾਈਟ, ਜੇ ਇਹ ਫਾਈਨਾਈਟ ਹੋ ਗਿਆ then it need not be equal, ਹਾਂ ਫਿਰ ਜ਼ਰੂਰੀ ਨਹੀਂ ਹੈਗਾ ਜਿਹੜਾ ਇਹਦਾ ਆਰਡਰ ਹੈ ਵੀ ਉਹ ਦੋਨਾਂ ਦੀ ਪ੍ਰੋਡਕਟ ਦੇ ਬਰਾਬਰ ਹੋਵੇ, ਇਹ ਵੀ ਜ਼ਰੂਰੀ ਨਹੀਂ ਹੈਗਾ ਜੀ ਆਪਣੇ ਕੋਲ ਵੀ ਅਲੱਗ-ਅਲੱਗ ਦੀ ਪ੍ਰੋਡਕਟ ਦੇ ਬਰਾਬਰ ਹੋਵੇ, ਇਹ ਵੀ ਜ਼ਰੂਰੀ ਨਹੀਂ ਹੈ। ਪਹਿਲੀ ਗੱਲ ਤਾਂ ਇਹ ਜ਼ਰੂਰੀ ਨਹੀਂ ਹੈਗਾ ਵੀ ਉਹ ਫਾਈਨਾਈਟ ਹੋਊਗਾ, ਚਲੋ ਜੇ ਫਾਈਨਾਈਟ ਮੰਨ ਵੀ ਲਿਆ ਹੋ ਗਿਆ, ਪਰ ਫਿਰ ਇਹ ਜ਼ਰੂਰੀ ਨਹੀਂ ਹੈਗੀ ਵੀ ਦੋਨਾਂ ਦੀ ਪ੍ਰੋਡਕਟ ਦੇ ਬਰਾਬਰ ਹੋਵੇ। ਕਈ ਵਾਰ ਉੱਥੇ ਪੇਪਰ 'ਚ ਆਪਸ਼ਨਸ ਦਿੱਤੀਆਂ ਹੁੰਦੀਆਂ ਤਾਂ ਮੈਂ ਬੋਲ ਰਿਹਾ ਇਹ ਗੱਲਾਂ। ਜੇ ਆਰਡਰ ਆਫ ਏ ਵੀ ਹੈ ਜਿਹੜਾ ਆਪਣੇ ਕੋਲ ਉੱਥੇ ਲਿਖਤਾ ਵੀ ਇਕੁਅਲ ਟੂ ਆਰਡਰ ਆਫ ਏ, ਆਰਡਰ ਆਫ ਬੀ, ਉਹ ਜ਼ਰੂਰੀ ਨਹੀਂ ਹੈਗਾ ਜੀ ਆਪਣੇ ਕੋਲ ਵੀ ਉਹ ਸੇਮ ਹੋਵੇ। ਤੁਸੀਂ ਥਿਓਰਮਸ ਪੜ੍ਹੀਆਂ ਹੋਈਆਂ ਸਾਰੀਆਂ ਜਦੋਂ ਤੁਸੀਂ ਪੜ੍ਹਦੇ ਸੀ, ਇਹ ਇੱਕ ਲਾਸਟ ਰਿਜ਼ਲਟ ਕਰਦੇ, ਇੱਕ ਡੈਫੀਨੇਸ਼ਨ ਹੀ ਹੈ, ਰਿਜ਼ਲਟ ਨਹੀਂ ਕਹੋ ਇਹਨੂੰ, ਆਈਡੋਪਟੈਂਟ ਮੈਟ੍ਰਿਕਸ ਕੀਤਾ ਸੀ। ਹੁਣ ਅਸੀਂ ਆਈਡੋਪਟੈਂਟ ਐਲੀਮੈਂਟ ਕਰਦੇ ਹਾਂ ਇਹਦੇ ਵਿੱਚ, ਜ਼ਿਆਦਾ ਹੀ ਮੈਟ੍ਰਿਕਸ ਕਿਸੇ ਦੇ, ਹਾਂਜੀ ਕਿਸੇ ਦੇ ਮੈਟ੍ਰਿਕਸ ਜ਼ਿਆਦਾ, ਆਈਡੋਪਟੈਂਟ ਮੈਟ੍ਰਿਕਸ ਬੋਲੋ ਜੀ। ਮੈਟ੍ਰਿਕਸ ਦਾ ਸਕੁਏਅਰ ਕਰਦੇ ਸੀ ਜਦੋਂ ਆਇਡੈਂਟੀਟੀ ਬਣ ਜਾਂਦਾ ਸੀ, ਨਹੀਂ ਸੇਮ ਬਣਦਾ ਸੀ ਐਵੇਂ ਕੁਝ। ਨਾ ਮੈਟ੍ਰਿਕਸ ਦਾ ਜਦੋਂ ਸਕੁਏਅਰ ਕਰਦੇ ਸੀ ਉਦੋਂ ਆਪ ਹੀ ਬਣ ਜਾਂਦਾ ਸੀ, ਉਹਨੂੰ ਆਈਡੋਪਟੈਂਟ ਮੈਟ੍ਰਿਕਸ ਬੋਲਦੇ ਸੀ। ਉਹ ਇਨਵੋਲੂਟਰੀ ਮੈਟ੍ਰਿਕਸ ਹੁੰਦਾ ਜਿਹੜਾ ਤੁਸੀਂ ਬੋਲਿਆ ਸੀ ਪਹਿਲਾਂ, ਠੀਕ ਹੈ। ਏ ਸਕੁਏਅਰ ਇਕੁਅਲ ਟੂ ਏ ਹੋ ਜੇ ਉਹਨੂੰ ਬੋਲਦਾ ਆਈਡੋ। ਇਸੇ ਵਿੱਚ ਕੀ ਹੈ ਜੀ ਆਪਣੇ ਕੋਲ, ਜੇ ਅਸੀਂ ਕੋਈ ਐਲੀਮੈਂਟ ਲੈ ਲਿਆ ਉਹਦਾ ਸਕੁਏਅਰ ਕਰਾਂਗੇ ਉਹੀ ਸੇਮ ਆ ਗਿਆ, ਇੱਥੇ ਵੀ ਉਹੀ ਹੈ, ਬਸ ਇੱਥੇ ਐਲੀਮੈਂਟ ਉੱਥੇ ਮੈਟ੍ਰਿਕਸ ਹੈ। ਏ ਸਕੁਏਅਰ ਇਕੁਅਲ ਟੂ ਏ ਬਣ ਜੇ, ਮਤਲਬ ਸਕੁਏਅਰ ਦੇ ਨਾਲ ਕੋਈ ਫਰਕ ਨਾ ਪਵੇ, ਉਸਨੂੰ ਉਹ ਆਪ ਹੀ ਬਣ ਜੇ ਤਾਂ ਉਹਨੂੰ ਬੋਲਦੇ ਆਈਡੋਪਟੈਂਟ ਮੈਟ੍ਰਿਕਸ ਜੀ, ਉਹ ਸੌਰੀ ਐਲੀਮੈਂਟ, ਆਈਡੋਪਟੈਂਟ ਐਲੀਮੈਂਟ। ਇਹ ਹੈ ਸਾਡੇ ਕੋਲ ਗਰੁੱਪ ਦੀਆਂ ਕੁਝ ਗੱਲਾਂ, ਬਾਕੀ ਗਰੁੱਪ ਟੌਪਿਕ ਨਾਲ ਰਿਲੇਟਡ। ਹੁਣ ਇਸ ਤੋਂ ਅਗਲਾ ਟੌਪਿਕ ਸਟਾਰਟ ਕਰਾਂਗੇ, ਅਗਲਾ ਸਬ ਗਰੁੱਪ ਜੀ। ਇਹਦੇ ਨਾਲ ਜ਼ਿਆਦਾ ਰਿਜ਼ਲਟ ਨਹੀਂ, ਕਿਉਂਕਿ ਆਪਾਂ ਉਦੋਂ ਪੜ੍ਹਿਆ ਕਰਦੇ, ਸੌਖੇ ਵੀ ਨੇ ਜ਼ਿਆਦਾ ਵੀ ਨੇ, ਤੁਹਾਨੂੰ ਵਧੀਆ ਵੀ ਲੱਗਣਗੇ ਜੀ ਆਪਣੇ ਕੋਲ।